दूजे दरवाजे के अंदर चले गए तो अंदर जाके सज गए पलंग ते। जदों महाराज दूसरे पातशाह अपने 5 इशनाना करके बड़े सरदा नाल अखां नीवियां हथ जोड़े हुए ने, गल च पल्ला पाया, अगे जाके मत्था टेक के अखां उपर चक्कियां तां देखदे कि गुरु नानक देव जी तां उही ने जिहड़े मैनूं लैके आए ने। अखां विचों जाल आ गया, महाराज तुसीं मैनूं पहिलां नहीं दस्सिया। कहने ना भाई असी की दसना सी, तुहाडा नाम दसो की है। कहने मेरा नाम लैणा। कहने मैं देना, ते तू भाई लैण आया तो मैं तेरा देना। लैणदार थल्ले ही हुंदा, देणदार जिहड़ा हुंदा, इस करके लैणदार उपर बैठदा हुंदा घोड़ी ते, देण वाला थल्ले ही हुंदा। इतनी निमरता जद ब्रह्म ज्ञान की दात, गुरता गद्दी की दात बख्शी, तां ये बचन महाराज ने कहा सी कि पुरखा कदे नहीं कहना कि मैं ब्रह्म हाँ, यही कहना कि मैं दास, मोको दास तवन का जानो। 10वें पातशाह की अवस्था, अब की अवस्था कहनी, उन्होंने की अवस्था, वो कोई मनुख थोड़ी ने उन्होंने अवस्था कहनी है। ब्रह्म की कादी, ब्रह्म तो ब्रह्म ही हुंदा। ये उन्होंने आपां नूं दासा भाव सिखाउण लई कई वारी लिखिया दास दास दास। चौथे पातशाह ने लिखिया मोको कीजै दास दास दासन को। इस करके कहने अंदर भावें ब्रह्म ज्ञान हो भी जावे पर संगत दे तां आपां जोड़ियां दे सेवादार ही बने रहना। ज्यों क्यों शगत मैत को थरो, त्यों त्यों छिमा अजर को जरो। कहने संतां महात्मा दे नाल मिल के रहा करो, प्यार करया करो। ज्यों ज्यों अंदर शक्ति आउंदी जावे त्यों त्यों भांडा तकड़ा बना लो। अजर अवस्था नूं जर के रखो, अपना आप कदे ना जणाओ। जिहड़ा जणाउंदा सो मूर्ख, वो मूर्ख गिणिया जांदा है। क्यों जणाया अपने आप नूं? बहुत झिड़कां पैंदियां। सो जिवें कोई किसी सिंह की अवस्था बन गई सोहणी, महापुरुषां कोल जाके कहंदा जी अज मैं किसी महापुरख नूं अवस्था दस बैठा अपनी, ते मेरा उत्थे ही काम खराब हो गया, मेरा तो सिमरन ही रुक गया। फिर बड़ियां झिड़कां पईयां ਉਹਨੂੰ, ਕਹਿੰਦੇ ਤੈਨੂੰ ਕੀ ਲੋੜ ਸੀ ਦੱਸਣ ਦੀ, ਤੁਸੀਂ ਤੁਹਾਡਾ ਵੀ ਕਹਿੰਦੇ ਉਹ ਤਾਂ ਗੁੱਸੇ 'ਚ ਹੀ ਬੋਲੇ, ਕਹਿੰਦੇ ਤੁਹਾਡਾ ਢਿੱਡ ਪਾਟਣ ਵਾਲਾ ਹੋ ਜਾਂਦਾ ਉਦੋਂ ਜਦੋਂ ਅਵਸਥਾ ਬਣ ਜਾਂਦੀ ਮਾੜੀ ਜੀ ਵੀ ਅਸੀਂ ਦੁਨੀਆ ਨੂੰ ਦੱਸੀਏ, ਤੂੰ ਕਿਉਂ ਦੱਸਿਆ ਕਿਸੇ ਨੂੰ? ਇਸ ਕਰਕੇ ਕਹਿੰਦੇ ਅਜਰ ਅਵਸਥਾ ਨੂੰ ਜਰੋ ਜਰੋ ਆਪਣੇ ਅੰਦਰ ਕਿਸੇ ਨੂੰ ਦੱਸੋ ਨਾ ਕੁਝ ਵੀ, ਭਾਵੇਂ ਕੁਝ ਵੀ ਹੁੰਦਾ ਰਹੇ, ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਭਾਵੇਂ ਸਾਖਿਆਤ 10ਵੇਂ ਪਾਤਸ਼ਾਹ 9ਵੇਂ ਪਾਤਸ਼ਾਹ ਸਾਹਮਣੇ ਬੈਠੇ ਹੋਣ, ਦੱਸਣਾ ਨਹੀਂ ਕਿਸੇ ਨੂੰ। ਇਹੀ ਵੱਡੀ ਅਵਸਥਾ ਹੈ। ਭਾਵੇਂ ਹਿਰਦੇ 'ਚ ਪ੍ਰਕਾਸ਼ ਹੋ ਜੇ, ਬ੍ਰਹਮ ਗਿਆਨ ਹੋ ਜੇ, ਕਿਸੇ ਨੂੰ ਨਹੀਂ ਜਣਾਉਣਾ। ਤਾਈਓ 10ਵੇਂ ਪਾਤਸ਼ਾਹ ਨੂੰ ਇੰਨਾ ਕੁਝ ਹੋ ਗਿਆ ਤਾਂ ਵੀ ਕਹਿੰਦੇ ਨੇ ਅਕਾਲ ਪੁਰਖੋ ਵਾਚ ਇਸ ਕੀਟ ਪ੍ਰਤ। ਤਾਈਓ ਕਹਿੰਦੇ ਨੇ ਮੈਂ ਆਪਣਾ ਸੁੱਤ ਤੋਹੇ ਨਵਾਜਾ ਕੇ ਮੈਨੂੰ ਆਪਣਾ ਪੁੱਤਰ ਸਾਜਿਆ। ਇਹ ਗੱਲ ਦਾ ਭੇਦ ਤੁਹਾਨੂੰ ਕਿਸੇ ਨੂੰ ਨਹੀਂ ਪੈਣਾ। ਇਹ ਗੱਲ ਦਾ ਭੇਦ ਇਸੇ ਗੱਲ 'ਚ ਹੀ ਹੈ ਕਿ ਜਦੋਂ ਨਿਰਗੁਣ ਤੋਂ ਸਰਗੁਣ ਵਿੱਚ ਤਬਦੀਲ ਹੁੰਦੇ ਨੇ ਉਦੋਂ ਇਹਨਾਂ ਦੋਨਾਂ ਦਾ ਪਿਓ ਤੇ ਪੁੱਤਰ ਵਾਲਾ ਹੀ ਤਰੀਕਾ ਹੁੰਦਾ ਹੈ। ਨਿਰਗੁਣ ਨੇ ਜਦ ਸਰਗੁਣ ਵਿੱਚ ਸਰੂਪ ਧਾਰਿਆ ਤਾਂ ਨਿਰਗੁਣ ਆਪ ਸਰਗੁਣ ਵੀ ਉਹੀ, ਉਹ ਪਿਤਾ ਪੁੱਤਰ ਦੀ ਇਸ ਤਰ੍ਹਾਂ ਦੀ ਮਹਾਰਾਜ ਨੇ ਭਾਵਨਾ ਨਾਲ ਕਿਹਾ। ਉੱਥੇ ਆਪਣੇ ਆਪ ਨੂੰ ਛੁਪਾ ਲਿਆ 10ਵੇਂ ਪਾਤਸ਼ਾਹ ਨੇ, ਪਰ ਬ੍ਰਹਮ ਆਪ ਹੀ ਨੇ। ਇਹ ਕਦੇ ਜਿਨ੍ਹਾਂ ਦੇ ਅੰਦਰ ਪੂਰਨ ਭਰੋਸਾ ਉਹਨਾਂ ਨੂੰ ਤਾਂ ਪਤਾ ਹੈ, ਤੇ ਜਿਹੜੇ ਹਲੇ ਆਪਣੀ ਬੁੱਧੀ ਤੱਕ ਹੀ ਸੀਮਤ ਨੇ ਉਹਨਾਂ ਨੂੰ ਨਹੀਂ ਪਤਾ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ ਜੋਤੀ ਜੋਤ ਸਮਾਏ, ਲੱਭੇ ਹੀ ਨਹੀਂ ਕੁਛ ਉੱਥੋਂ। ਸਾਰੇ ਜਾਣੇ ਲੱਭਦੇ ਰਹੇ, ਉੱਥੇ ਕੇਵਲ ਫੁੱਲ ਮਿਲੇ, ਇੱਕ ਚਾਦਰ ਮਿਲੀ। ਫਿਰ ਤੁਰਕਾਂ ਨੇ ਅੱਧੀ ਚਾਦਰ ਦੱਬ ਦਿੱਤੀ। ਕਹਿੰਦੇ ਹਿੰਦੂਆਂ ਨੇ ਸੰਸਕਾਰ, ਸਿੱਖਾਂ ਨੇ ਮਿਲ ਕੇ ਸੰਸਕਾਰ ਕਰ ਦਿੱਤਾ। ਗੁਰੂ ਨਾਨਕ ਜੀ ਕਿੱਥੇ ਗਏ? ਬਾਬਾ ਬੁੱਢਾ ਜੀ ਨੂੰ ਪੁੱਛਦੇ ਗੁਰੂ ਨਾਨਕ ਜੀ ਕਿੱਥੇ ਗਏ? ਕਹਿੰਦੇ ਗੁਰੂ ਨਾਨਕ ਗੁਰ ਅੰਗਦ ਕੇ ਹੀਏ ਮੇ। ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਦੇ ਹਿਰਦੇ 'ਚ ਬੈਠ ਗਏ ਜਾ ਕੇ। 10ਵੇਂ ਪਾਤਸ਼ਾਹ ਕਿੱਥੇ ਗਏ? ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾ ਗਏ ਨੇ। ਇਸ ਕਰਕੇ ਮਹਾਰਾਜ ਸਾਖਿਆਤ ਪਾਰ ਬ੍ਰਹਮ ਪਰਮੇਸ਼ਰ ਨੇ ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਉਹ ਮਥਰਾ ਭੱਟ ਰੌਲਾ ਪਾ ਪਾ ਕਹਿੰਦਾ ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰੀ ਨੇ, ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹਰੀ ਨੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਜੇਵੜ ਅਵਰ ਨਾ ਕੋਈ। ਜਿਹੜਾ ਇੱਥੇ ਤੱਕ ਕਹਿਤਾ, ਹਲੇ ਕੋਈ ਸ਼ੰਕਾ ਆਪਣੇ ਮਨ 'ਚ? ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। 100% ਵਿਸ਼ਵਾਸ ਕਰਕੇ ਆਖੋ ਵਾਹਿਗੁਰੂ 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 ਵਾਹਿਗੁਰੂ
मैं नव अंगुष्ठ परमान, जीवात्म को बात पहचान। बुध में प्रतिबिंबत पा ब्रह्म, जड़ चेतन मिल पेक धर्म। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਭਾਈ ਦਇਆ ਸਿੰਘ ਜੀ। ਸੋ ਪਾਵਨ ਪਵਿੱਤਰ ਉਪਦੇਸ਼ ਸ਼ਰਵਣ ਕਰ ਰਹੇ ਹਾਂ। ਗੁਰਮਤਿ ਅਨੁਸਾਰ ਕਿਸ ਪ੍ਰਕਾਰ ਆਪਣਾ ਜੀਵਨ ਬਤੀਤ ਕਰਨਾ ਹੈ, ਉੱਚੀ ਤੋਂ ਉੱਚੀ ਅਵਸਥਾ ਵਿੱਚ ਜਾ ਕੇ ਵੀ ਆਪਣੇ ਆਪ ਨੂੰ ਦਾਸਾ ਭਾਵ ਦੇ ਵਿੱਚ ਰੱਖਣਾ ਹੈ, ਸੰਗਤ ਦੇ ਚਰਨ ਧੂੜ ਬਣ ਕੇ ਰਹਿਣਾ। ਸੋ ਜਿਸ ਪ੍ਰਕਾਰ ਬਹੁਤ ਵੱਡਾ ਬ੍ਰਿਕਸ਼ ਜਿਉਂ-ਜਿਉਂ ਫਲ ਲੱਗਦੇ ਜਾਂਦੇ ਨੇ, ਤਿਉਂ-ਤਿਉਂ ਝੁਕਦਾ ਜਾਂਦਾ ਹੈ। ਸੋ ਇਸ ਕਰਕੇ ਗੁਰਮੁਖਾਂ ਨੇ ਵੀ ਆਪਣੇ ਅੰਦਰ ਜਿੰਨਾ ਗੁਣ ਆ ਜਾਵੇ ਓਨਾ ਝੁਕ ਜਾਣਾ ਚਾਹੀਦਾ ਹੈ। ਮੋਹ ਕਉ ਦਾਸ ਤਵਨ ਕਾ ਜਾਨੋ, ਇਸ ਤਰ੍ਹਾਂ ਦਾਸਾ ਭਾਵ ਮਹਾਰਾਜ ਨੇ ਸਿਖਾਇਆ ਹੈ। ਆਓ ਆਪਾਂ ਨੂੰ ਅੱਗੇ ਸਿਖਾ ਰਹੇ ਨੇ। ਸੋ ਇਹਦੇ ਵਿੱਚ ਆਤਮਾ ਦੇ ਵਿੱਚ ਕਿੰਨਾ ਕੁਛ ਹੈ, ਸਰੀਰ ਦੇ ਅੰਦਰ ਆਤਮਾ ਕਿਸ ਪ੍ਰਕਾਰ ਹੈ, ਐਸੇ ਹੋਰ ਪ੍ਰਮਾਣ ਬਖਸ਼ਿਸ਼ ਕਰਦੇ ਨੇ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਉਰ ਮੈਂ ਨਵ ਅੰਗੁਸ਼ਟ ਪਰਮਾਨ, ਜੀਵਾਤਮ ਕੋ ਬਾਤ ਪਛਾਨ। ਹੁਣ ਫਰਮਾਉਂਦੇ ਨੇ ਇਸ ਪ੍ਰਕਾਰ ਕਿ ਆਪਣਾ ਜੋ ਹਿਰਦਾ ਹੈ, ਹਿਰਦੇ ਰੂਪੀ ਆਕਾਸ਼ ਵਿੱਚ ਜਿੰਨਾ ਕੁ ਅੰਗੂਠਾ ਹੁੰਦਾ ਹੈ, ਅੰਗੂਠੇ ਦਾ ਵੀ ਅੱਧਾ ਹਿੱਸਾ, ਇਹਦੇ ਪ੍ਰਮਾਣ, ਇਹਦੇ ਬਰਾਬਰ ਆਪਣੇ ਅੰਗੂਠੇ ਦੇ ਵਿੱਚ, ਸੋ ਹਿਰਦੇ ਦੇ ਅੰਦਰ ਅੰਗੂਠੇ ਦੇ ਪ੍ਰਮਾਣ ਜੀਵ ਆਤਮਾ ਜਿਹਨੂੰ ਕਹਿੰਦੇ ਨੇ, ਉਹਨਾਂ ਕੁ ਥਾਂ ਉਹਦਾ ਵਾਸਾ ਹੈ। ਬੁੱਧ ਮੈਂ ਪ੍ਰਤੀਬਿੰਬਤ ਪਾ ਬ੍ਰਹਮ, ਜੜ ਚੇਤਨ ਮਿਲ ਪੇ ਇੱਕ ਧਰਮ। ਬੁੱਧੀ ਵਿੱਚ ਬ੍ਰਹਮ ਦਾ ਅਕਸ ਪਿਆ। ਇਸ ਤਰ੍ਹਾਂ ਜੜ ਬੁੱਧੀ ਅਤੇ ਚੇਤਨ ਬ੍ਰਹਮ ਦਾ ਧਰਮ ਮਿਲ ਕੇ ਦੋਵੇਂ ਇੱਕ ਹੋ ਗਏ। ਮਨ ਸਾਧਨ ਸੰਕਲਪ ਕਰਨ ਕੋ, ਅਤਿ ਚੰਚਲਤਾ ਕਰੈ ਧਰਨ ਕੋ। ਇਹ ਜੀਵ ਲਈ ਸੰਕਲਪ ਕਰਨ ਦਾ ਸਾਧਨ ਵਸੀਲਾ ਕੌਣ ਹੈ? ਮਨ ਹੈ। ਕਿਉਂਕਿ ਮਨ ਚੰਚਲਤਾ ਨੂੰ ਅਤੀ ਕਰਕੇ ਬਹੁਤ ਜ਼ਿਆਦਾ ਚੰਚਲਤਾ ਨੂੰ ਧਾਰਨ ਕਰਦਾ ਹੈ। ਰਬ ਕੀ ਅਗਰ ਤਿਰਵਰਾ ਜੈਸੀ, ਮਨ ਸਰੂਪ ਸੂਖਮ ਲਖ ਤੈਸੀ। ਰਵ ਸੂਰਜ ਦੇ ਅੱਗੇ ਜਿਵੇਂ ਤਿਰਵਰਾ ਹੁੰਦਾ ਹੈ, ਤ੍ਰਿਸ਼ਾਣੂ ਜਿਹਨੂੰ ਕਹਿੰਦੇ ਨੇ, ਤ੍ਰਿਸ਼ੇਣੂ ਕਹਿੰਦੇ ਨੇ, ਨਿੱਕੇ ਨਿੱਕੇ ਚਮਕਦੇ ਕਿਣਕੇ, ਜਿਵੇਂ ਆਪਣੇ ਘਰ ਦੇ ਵਿੱਚ ਬਾਹਰੋਂ ਬਾਰੀ ਰਾਹੀਂ ਧੁੱਪ ਆਉਂਦੀ ਹੈ, ਸੋ ਜਾਂ ਕਿਸੇ ਹੋਰ ਰਸਤੇ ਥੋੜ੍ਹੀ ਜਿਹੀ ਧੁੱਪ ਆਉਂਦੀ ਹੈ, ਉਹਦੇ ਵਿੱਚ ਕਿੰਨੀਆਂ ਕੁਛ ਦਿਖਦਾ ਉੱਡਦਾ ਹੋਇਆ, ਕਿਣਕੇ ਨਿੱਕੇ ਨਿੱਕੇ ਧੂੜ ਦੇ। ਫਿਰ ਇਸ ਕਰਕੇ ਕਹਿੰਦੇ ਉਹ ਜੇ ਤ੍ਰਿਸ਼ੇਣੂ ਹੁੰਦੇ ਨੇ, ਇਸ ਪ੍ਰਕਾਰ ਬਹੁਤ ਛੋਟੇ ਛੋਟੇ ਜੋ ਕਿਸੇ ਛੇਕ ਵਿੱਚੋਂ ਲੰਘਦੀ ਧੁੱਪ ਵਿੱਚੋਂ ਹੀ ਦਿਸਦੇ ਨੇ। 3 ਜਾਂ 30 ਪਰਮਾਣੂ ਦਾ ਇੱਕ ਤ੍ਰਿਸ਼ੇਣੂ ਮੰਨਿਆ ਹੈ। ਕਹਿੰਦੇ ਇਸ ਪ੍ਰਕਾਰ ਰਵ ਕੇ ਅਗਰ ਤਿਰਵਰ ਆ ਜੈਸੇ, ਮਨ ਸਰੂਪ ਸੂਖਮ ਲਖ ਤੈਸੇ। ਜਿਵੇਂ ਉਹ ਤ੍ਰਿਸ਼ੇਣੂ ਦਾ ਸਰੂਪ ਹੈ ਨਾ, ਬਾਰੀ ਵਿੱਚੋਂ ਲੰਘਦੀ ਧੁੱਪ ਦੇ ਚ ਉੜਦੇ
ਅਰਬਾਂ ਕਰੋੜਾਂ ਖਰਬਾਂ ਕਿਣਕਿਆਂ ਦੇ ਵਿੱਚ ਇੱਕ ਕਿਣਕਾ ਲੈ ਲਓ। ਮਨ ਦਾ ਸਰੂਪ ਇੰਨਾ ਸੂਖਮ ਹੈ। ਇੰਦਰੈ ਗਿਆਨ ਉਪਾਮਨ ਆਰੂ, ਮਨ ਤੇ ਬਿਨਾ ਨਾ ਪਰ ਵਿਚਾਰੂ। ਇੰਦਰੀਆਂ ਨੂੰ ਗਿਆਨ ਪੈਦਾ ਕਰਦਾ ਹੈ ਮਨ। ਮਨ ਤੋਂ ਬਿਨਾ ਹੋਰ ਕੋਈ ਚੀਜ਼ ਇੰਦਰੀਆਂ ਨੂੰ ਗਿਆਨ ਨਹੀਂ ਦਿੰਦੀ। ਸਾਡਾ ਮਨ ਹੀ ਇਹਨਾਂ ਵਿੱਚ ਗਿਆਨ ਦਿੰਦਾ ਹੈ। ਖੱਟਾ ਮਿੱਠਾ ਕੌੜਾ ਕਸੈਲਾ ਜ਼ੁਬਾਨ ਕਹਿੰਦੀ ਹੈ। ਇਸੇ ਤਰ੍ਹਾਂ ਹੀ ਨੱਕ ਨੂੰ ਸੁਗੰਧੀ ਮਿਲਦੀ ਹੈ ਤਾਂ ਨੱਕ ਦੱਸ ਦਿੰਦਾ ਬਦਬੂ ਹੈ ਖੁਸ਼ਬੂ ਹੈ। ਕੰਨ ਦੱਸ ਦਿੰਦੇ ਨੇ। ਇਹ ਸਾਰੀਆਂ ਚੀਜ਼ਾਂ ਸਾਡਾ ਮਨ ਹੀ ਇਹਨਾਂ ਅੱਗੇ ਇੰਦਰੀਆਂ ਨੂੰ ਦੱਸਦਾ ਹੈ। ਤੁਝ ਕੇ ਸੰਗ ਸਪਰਸ਼ ਹੋਏ ਮਨ, ਪੰਚੋ ਗਿਆਨ ਉਪਾਵਨ ਤਤ ਛਿਨ। ਸੋ ਜਦੋਂ ਇਹ ਤਵਚਾ ਦੇ ਨਾਲ ਸਪਰਸ਼ ਹੁੰਦਾ ਹੈ ਮਨ, ਤਾਂ ਪੰਜੇ ਗਿਆਨ ਜਿਹੜੇ ਨੇ ਸ਼ਬਦ ਸਪਰਸ਼ ਰਸ ਰੂਪ ਗੰਧ ਇਹ ਤਛਿਨ ਪ੍ਰਗਟ ਹੋ ਜਾਂਦੇ। ਜੇ ਅੰਦਰ ਮਨ ਹੈ ਤਾਂ ਆਪਾਂ ਨੂੰ ਫਟ ਪਤਾ ਲੱਗ ਜਾਂਦਾ ਹੈ, ਕਿਉਂਕਿ ਹਰ ਚੀਜ਼ ਦੇ ਅੰਦਰ ਸੂਖਮ ਚੀਜ਼, ਉਹਦੇ ਅੰਦਰ ਫਿਰ ਸੂਖਮ ਚੀਜ਼, ਉਹਦੇ ਅੰਦਰ ਫਿਰ ਸੂਖਮ ਚੀਜ਼। ਅੱਜ ਦੇ ਯੁੱਗ ਵਿੱਚ ਖਾਸ ਕਰਕੇ ਇਹਨਾਂ ਦਾ ਪ੍ਰਮਾਣ ਦੇਣਾ ਔਖਾ ਹੀ ਨਹੀਂ ਹੈ ਆਪਾਂ ਨੂੰ, ਕਿਉਂ ਜਿਵੇਂ ਛੋਟੀ ਤੋਂ ਛੋਟੀ ਚੀਜ਼ ਹੈ ਉਹਦੇ ਅੰਦਰ, ਜਿਵੇਂ ਕੰਪਿਊਟਰ ਦਾ ਸਾਰਾ ਸਿਸਟਮ ਹੈ ਉਹਦੇ ਅੰਦਰ ਛੋਟੀ ਜੀ ਚੀਜ਼ ਹੈ ਜੋ ਸਾਰਾ ਹੀ ਕਾਰਜ ਸੰਭਾਲਦੀ ਹੈ। ਸੋ ਇੱਕ ਨਿੱਕੀ ਜੀ ਫਲੋਪੀ ਦੇ ਅੰਦਰ ਪੂਰੀ ਲਾਇਬ੍ਰੇਰੀ ਫਿੱਟ ਹੋ ਜਾਂਦੀ ਹੈ। ਇਸੇ ਪ੍ਰਕਾਰ ਹੋਰ ਬਹੁਤ ਕੁਛ ਹੈ ਪ੍ਰਮਾਣ ਦੇਣ ਲਈ ਅੱਜ ਦੇ ਯੁੱਗ ਵਿੱਚ। ਇਹ ਛੋਟਾ ਜਿਹਾ ਮਨ ਇੰਨਾ ਸੂਖਮ, ਇਹ ਸਾਰਿਆਂ ਨੂੰ ਹੀ ਦੱਸ ਦਿੰਦਾ ਹੈ ਕਿ ਇਹ ਚੀਜ਼ ਚੰਗੀ ਹੈ, ਇਹ ਮਾੜੀ ਹੈ। ਸਾਇੰਸਦਾਨ ਕਹਿੰਦੇ ਨੇ ਕੰਪਿਊਟਰ ਤੋਂ 1 ਲੱਖ ਗੁਣਾ ਵੱਧ ਸਮਰੱਥਾ ਹੈ ਦਿਮਾਗ ਦੀ। ਤਾਂ ਇਸ ਪ੍ਰਕਾਰ ਦੇ ਨਾਲ ਇੰਨੀ ਸਪੀਡ ਹੈ ਮਨ ਦੀ, ਮਨ ਨਾਲੋਂ ਵੱਧ ਸਪੀਡ ਕਿਸੇ ਚੀਜ਼ ਦੀ ਨਹੀਂ ਹੈ। ਇੱਥੋਂ ਹਜ਼ੂਰ ਸਾਹਿਬ ਜਾਣਾ ਤਾਂ 3 ਦਿਨ ਲੱਗਦੇ ਟ੍ਰੇਨ 'ਚ, ਜਹਾਜ਼ ਵਿੱਚ ਵੀ 4-5 ਘੰਟੇ ਲੱਗ ਜਾਂਦੇ ਆ ਸਿੱਧੇ ਤੌਰ ਤੇ ਜਾਈਏ ਤਾਂ। ਪਰ ਮਨ ਦੇਖੋ ਕਿੰਨੀ ਸਪੀਡ ਤੇ ਜਾਂਦਾ। ਆਪਾਂ ਕਹਿੰਦੇ ਆ ਤਬ ਧਾਰੇ। ਇਹ ਮਨ ਕਦੇ ਕਦੇ ਸੌਂਦਾ ਵੀ ਹੈ ਸੁਖੋਪਤ ਅਵਸਥਾ ਵਿੱਚ। ਜਦੋਂ ਕੋਈ ਸੁਪਨਾ ਨਹੀਂ ਆਉਂਦਾ, ਉੱਠ ਕੇ ਕਹਿੰਦੇ ਸੁਪਨਾ ਨਹੀਂ ਆਇਆ, ਉਦੋਂ ਇਹ ਇੱਕ ਬੜੀ ਹੀ ਬਰੀਕ ਨਾੜੀ ਹੈ। ਨਾੜੀ ਵੀ ਕਾਹਦੀ ਹੈ, ਬਸ ਦਿਖਦੀ ਤੇ ਹੈ ਨਹੀਂ, ਉਹ ਹੈ ਜ਼ਰੂਰ। ਜਦੋਂ ਉਸ ਦੇ ਵਿੱਚ ਜਾ ਕੇ ਸੌਂਦਾ ਹੈ ਤਾਂ ਉਸ ਵਕਤ ਜਾਣੋ ਕਿ ਮਨ ਇਹ ਚਮੜੀ ਨਾਲੋਂ ਟੁੱਟ ਜਾਂਦਾ ਹੈ। ਉਦੋਂ ਨਹੀਂ ਦੱਸਦਾ। ਸੁੱਤੇ ਪਏ ਨੂੰ ਹਿਲਾਓ, ਕੋਲ ਢੋਲ ਵੱਜਦੇ ਨੇ, ਰੌਲਾ ਪੈਂਦਾ ਹੈ, ਸੁਗੰਧੀ ਆਉਂਦੀ ਹੈ, ਉੱਠ ਕੇ ਕਹੀਏ ਤੇਰੇ ਲਾਗੇ ਇੰਨਾ ਰੌਲਾ ਪੈਂਦਾ ਰਿਹਾ ਤੈਨੂੰ ਪਤਾ ਹੀ ਨਹੀਂ ਲੱਗਿਆ? ਕਹਿੰਦਾ ਨਾ, ਰਾਤ ਭਰ ਤਾਂ ਇੱਥੇ ਰੌਲਾ ਪੈਂਦਾ ਰਿਹਾ, ਇੱਥੇ ਸੱਪ ਨਿਕਲ ਆਇਆ ਸੀ, ਬੜੀ ਦੁਨੀਆ ਇਕੱਠੀ ਹੋ ਗਈ, ਐਕਸੀਡੈਂਟ ਹੋ ਗਿਆ। ਕਹਿੰਦਾ ਆਪਾਂ ਨੂੰ ਤਾਂ ਕੋਈ ਪਤਾ ਨਹੀਂ ਲੱਗਿਆ, ਕਿਉਂਕਿ ਮਨ ਹੀ ਸੌਂ ਗਿਆ। ਉਹ ਪ੍ਰੀਤਮਾ ਨਾੜੀ ਵਿੱਚ ਜਦੋਂ ਜਾ ਕੇ ਸੌਂਦਾ ਹੈ, ਅੱਗੇ ਜਾ ਕੇ ਦੱਸਣਗੇ ਸਾਰਾ ਕੁਝ, ਉਦੋਂ ਮਨ ਟੁੱਟਦਾ ਹੈ ਸਰੀਰ ਨਾਲੋਂ। ਕੁਛ ਵੀ ਹੁੰਦਾ ਰਹੇ ਫਿਰ ਉਦੋਂ ਇਸ ਨੂੰ ਗਿਆਨ ਹੀ ਨਹੀਂ ਹੁੰਦਾ। ਕੋਲੋਂ ਕਈ ਕਹਿੰਦੇ ਸੁੱਤੇ ਹੀ ਸੀ, ਕੋਲੋਂ ਚੀਜ਼ਾਂ ਚੱਕ ਕੇ ਲੈ ਗਿਆ ਕੋਈ, ਉਦੋਂ ਮਨ ਆਪਣਾ ਜਾ ਕੇ ਸੌਂ ਜਾਂਦਾ ਹੈ। ਲਪਟਿਓ ਰਹਿਤ ਨਾਰ ਕੇ ਮਾਈ, ਪ੍ਰਾਪਤ ਤਬੈ ਗਿਆਨ ਕੀ ਨਾਈ। ਇਹ ਜਦੋਂ ਉਸ ਨਾੜੀ ਦੇ ਵਿੱਚ ਲਿਪਟਿਆ ਹੁੰਦਾ ਹੈ ਜਾ ਕੇ, ਸੂਖਮ ਤੋਂ ਸੂਖਮ ਨਾੜੀ ਹੈ, ਉਦੋਂ ਇਹਨੂੰ ਕਿਸੇ ਪਦਾਰਥ ਦਾ ਗਿਆਨ ਨਹੀਂ ਹੁੰਦਾ। ਜਾਗਰਤ ਮੈਂ ਸਪਰਸ਼ ਤੁਝ ਹੋਏ, ਗਿਆਨ ਪਾਏ ਸਭ ਕੋ ਤਬ ਸੋਏ। ਜਾਗਰਤ ਦੇ ਵਿੱਚ ਇਹ ਸਪਰਸ਼ ਹੁੰਦਾ ਹੈ ਤਵਚਾ ਨਾਲ, ਚਮੜੀ ਨਾਲ, ਉਦੋਂ ਆਪਣੇ ਮਨ ਨੂੰ ਹਰ ਪ੍ਰਕਾਰ ਦਾ ਗਿਆਨ ਹੁੰਦਾ ਹੈ। ਸੋਮੋ ਭਾਗ ਚੀਰੀਏ ਬਾਰ, ਅਸਤ ਸੂਖਮ ਹੈ ਇੱਕ ਨਾਰ। ਇਹ ਜਿਹੜੀ ਨਾੜੀ ਹੈ ਸਾਰਿਆਂ ਨਾਲੋਂ ਸੂਖਮ ਪ੍ਰੀਤਮ ਨਾੜੀ। ਸੋ ਇਸ ਦੀ ਨਾੜੀ ਦੇ ਵਿੱਚ, ਇਹ ਨਾੜੀ ਬਰੀਕ ਕਿ ਨਹੀਂ ਦੱਸਦੇ, ਕਹਿੰਦੇ ਇੱਕ ਵਾਲ ਲੈ ਲਓ, ਵਾਲ ਦੇ ਟੁਕੜੇ ਨਹੀਂ ਕਰਨੇ, ਚੀਰਨਾ ਵਾਲ ਨੂੰ 2 ਫਾੜ, 3 4 5,
ਵਾਲ ਨੂੰ 100 ਜਗ੍ਹਾ ਤੇ ਪਾੜੋ, ਕਿੰਨਾ ਬਰੀਕ ਹੋ ਗਿਆ। ਪਹਿਲਾਂ ਤਾਂ ਵਾਲ ਦੇ 100 ਹਿੱਸੇ ਹੀ ਨਹੀਂ ਬਣਦੇ। ਕਹਿੰਦੇ ਵਾਲ ਦੇ ਨਾਲੋਂ ਵੀ 100 ਗੁਣਾ ਬਰੀਕ ਨਾੜੀ ਹੈ, ਜਿੱਥੇ ਜਾ ਕੇ ਮਨ ਸੌਂਦਾ ਹੈ। ਸੁਪਨ ਅਵਸਥਾ ਤਿਸ ਮੈਂ ਪਾਵੈ, ਫਿਰ ਨਾਰੀ ਮੈਂ ਸਕਲ ਬਣਾਵੈ। ਕਹਿੰਦੇ ਸੁਪਨ ਅਵਸਥਾ ਵੀ ਉੱਥੇ ਹੀ ਪਾਉਂਦਾ ਹੈ ਮਨ, ਉਸ ਨਾੜੀ ਦੇ ਵਿੱਚ ਬੈਠ ਕੇ ਸੁਪਨੇ ਬਣਾਉਂਦਾ ਹੈ। ਸਭ ਛਿਤ ਸਿੰਧ ਧਰਾ ਧਰ ਭਾਰੇ, ਸੂਰਜ ਚੰਦ ਗਗਨ ਗਨ ਤਾਰੇ। ਦੇਖੋ ਇੰਨਾ ਸੂਖਮ ਮਨ ਕਿੰਨੀਆਂ ਚੀਜ਼ਾਂ ਬਣਾਉਂਦਾ ਸੁਪਨੇ ਅੰਦਰ। ਧਰਤੀ, ਸਮੁੰਦਰ, ਪੱਥਰ, ਪਹਾੜ, ਸੂਖਮਤਾ ਬਣਾ ਦਿੰਦਾ ਹੈ। ਸੂਰਜ ਵੀ ਬਣਾ ਦਿੰਦਾ ਹੈ, ਚੰਦਰਮਾ, ਆਕਾਸ਼, ਤਾਰੇ, ਇਹ ਸਾਰਾ ਕੁਝ ਮਨ ਉਸ ਨਾੜੀ ਦੇ ਵਿੱਚ ਬਹਿ ਕੇ ਬਣਾਉਂਦਾ ਹੈ। ਸ਼ਕਤ ਬ੍ਰਹਮੰਡ ਰਚਨ ਕੀ ਹੋਏ, ਸੂਖਮ ਬਿਖੈ ਥੂਲ ਇਮ ਜੋਏ। ਕਹਿੰਦੇ ਸ਼ਕਤੀ ਹੈ ਮਨ ਦੇ ਅੰਦਰ ਬ੍ਰਹਮੰਡ ਰਚਣ ਦੀ। ਇਹ ਸੂਖਮ ਦੇ ਵਿੱਚ ਬ੍ਰਹਮੰਡ ਰਚਣ ਦੀ ਸ਼ਕਤੀ ਇਹਦੀ ਇੰਨੀ ਹੈ ਕਿ ਉਹ ਸੂਖਮ ਦੇ ਵਿੱਚ ਜਿਹੜਾ ਮਨ ਹੈ ਨਾ, ਉਹ ਅਸਥੂਲ ਦਿਖਾਈ ਦਿੰਦਾ। ਸੂਖਮ ਵਿੱਚ ਅਸਥੂਲ ਸੁਪਨੇ ਅੰਦਰ ਪ੍ਰਤੱਖ ਖਾ ਰਹੇ ਹੈ, ਲੜ ਰਹੇ ਹੈ, ਝਗੜ ਰਹੇ ਹੈ, ਰੋ ਰਿਹਾ ਹੈ, ਹੱਸ ਰਿਹਾ ਹੈ, ਸਾਰਾ ਕੁਝ ਹੈ, ਸਿਰ ਤੇ ਪੰਡ ਚੁੱਕੀ ਹੋਈ ਹੈ। ਸੁਪਨਾ ਵੀ ਉਸ ਤਰ੍ਹਾਂ ਹੀ ਆਉਂਦਾ ਆਪਾਂ ਨੂੰ ਜਿਵੇਂ ਜਾਗਦੇ ਹੁੰਦੇ ਆ, ਪ੍ਰਤੱਖ ਸੁਪਨੇ ਵਿੱਚ ਗੱਲਾਂ ਕਰਦੇ ਆ, ਕਈ ਵਾਰ ਪਾਠ ਕਰਨ ਲੱਗ ਜਾਂਦੇ ਆ, ਕਈ ਵਾਰ ਸੁਪਨੇ ਵਿੱਚ ਸਾਰੀ ਰਾਤ ਬੰਦਾ ਡਰਦਾ ਹੀ ਰਹਿੰਦਾ, ਕਈ ਵਾਰ ਜਿਉਂ ਦੌੜਦੇ ਕੋਈ ਆਪਣੇ ਪਿੱਛੇ ਦੌੜਦਾ। ਇਹ ਮਨ ਸਾਰਾ ਕੁਝ ਬਣਾ ਲੈਂਦਾ। ਇਹ ਪਹਾੜ ਤੇ ਚੜ ਜਾਂਦਾ, ਸਮੁੰਦਰ ਚਲਿਆ ਜਾਂਦਾ, ਕਦੇ ਰਾਜਾ ਕਦੇ ਭਿਖਾਰੀ। ਸੂਖਮ ਹੁੰਦਿਆਂ ਹੋਇਆਂ ਵੀ ਸਥੂਲ ਚੀਜ਼ਾਂ ਦੀ ਰਚਨਾ ਅੰਦਰ ਹੀ ਕਰਨ ਦੀ ਸਮਰੱਥਾ ਰੱਖਦਾ ਹੈ। ਜਿਮ ਸੁਪਨਾ ਜੀਵਾਤਮ ਕੇਰਾ, ਜੋ ਚਾਹੇ ਰਚ ਲੇਤ ਬਡੇਰਾ। ਜਿਵੇਂ ਜੀਵ ਆਤਮਾ ਦਾ ਸੁਪਨਾ ਹੈ, ਸੁੱਤੇ ਪਿਆ ਜੋ ਚਾਹਿਆ ਸੁਪਨੇ ਵਿੱਚ ਉਹੀ ਬਣਾ ਲੈਂਦੇ ਆਪਾਂ। ਸੁੱਤੇ ਪਿਆ ਆਪਾਂ ਸਭ ਕੁਝ ਬਣਾ ਲੈਂਦੇ ਆ। ਕਈ ਵਾਰੀ ਸੁਪਨੇ 'ਚ ਬੰਦਾ ਰਾਜਾ ਬਣ ਜਾਂਦਾ ਹੈ, ਫੌਜਾਂ ਬਣ ਜਾਂਦੀਆਂ ਨੇ, ਕਈ ਕੁਝ ਬਣ ਜਾਂਦਾ। ਉਹ ਕੁਝ ਜੋ ਨਹੀਂ ਹੁੰਦਾ ਜਾਗਦਿਆਂ, ਇਉਂ ਸੁੱਤਿਆਂ ਪਿਆ ਇਹਦੀ ਸਮਰੱਥਾ ਵੱਧ ਜਾਂਦੀ ਹੈ। ਤਿਮ ਈਸ਼ਰ ਕੋ ਸੁਪਨਾ ਆਇ, ਵਿਦ ਪ੍ਰਪੰਚ ਜੇਤਕ ਦ੍ਰਿਸ਼ ਲੈ। ਕਹਿੰਦੇ ਆ ਜਿੰਨੀ ਤੁਸੀਂ ਦੁਨੀਆ ਬਣੀ ਦੇਖਦੇ ਹੋ, ਜਿਵੇਂ ਆਪਾਂ ਸੁਪਨੇ ਦਾ ਸੰਸਾਰ ਰਚਦੇ ਆ, ਸੋ ਜਿਤਨਾ ਕੋ ਬ੍ਰਹਮਾ ਦੀ ਰਚਨਾ ਸੰਸਾਰ ਆਪਾਂ ਨੂੰ ਇਹ ਦਿਖਾਈ ਦੇ ਰਿਹਾ ਨਾ, ਇਹ ਈਸ਼ਵਰ ਦਾ ਸੁਪਨਾ ਹੈ। ਜਿਵੇਂ ਆਪਣੇ ਸੁਪਨੇ ਵਿੱਚ ਆਪਣਾ ਇੱਕ ਸੰਸਾਰ ਬਣਦਾ ਹੈ, ਇਸੇ ਤਰ੍ਹਾਂ ਹੀ ਇਹ ਈਸ਼ਵਰ ਦਾ ਸੁਪਨਾ ਹੈ। ਜਿੱਦਣ ਉਹਦਾ ਜੀ ਕੀਤਾ ਅੱਖਾਂ ਖੋਲ੍ਹਤੀਆਂ, ਸੁਪਨਾ ਖਤਮ, ਔਰ ਆਪਾਂ ਨੂੰ ਮਿਟਣ ਲੱਗਿਆ ਬਿਲਕੁਲ ਦੇਰ ਨਹੀਂ ਲੱਗਣੀ। ਇਸ ਜਗ ਮੈਂ ਸਭ ਜੀਵ ਦੁਖਾਰੇ, ਬਸ ਅਗਿਆਨ ਬੰਦ ਮੈਂ ਭਾਰੇ। ਇਹ ਜਗ ਦੇ ਵਿੱਚ ਜਿੰਨੇ ਵੀ ਜੀਵ ਨੇ ਸਾਰੇ ਅਗਿਆਨ ਦੇ ਭਾਰੇ ਬੰਧਨਾਂ ਵਿੱਚ ਪਏ ਹੋਏ ਨੇ। ਹਰੇਕ ਬੰਦਾ ਦੁਖੀ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਕੁੱਲ ਸੰਸਾਰ ਦਾ ਕੁੱਲ ਹਿੱਸਾ ਦੱਸਿਆ, ਕਿਹੜੇ ਕਿਹੜੇ ਦੁਖੀ। ਹਰ ਜੀਵ, ਹਰ ਬੰਦਾ। ਹਾਲੇ ਤਾਂ ਬੰਦੇ ਹੀ ਗਿਣੇ ਨੇ। ਸਹੰਸਰ ਦਾਮ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ। ਕਿਹੜੇ ਕਿਹੜੇ ਨੇ ਸਾਰੇ ਗਿਣ ਦਿੱਤੇ ਨੇ। ਅਖੀਰ ਤੇ ਕਹਿੰਦੇ ਨਾਨਕ ਦੁਖੀਆ ਸਭ ਸੰਸਾਰ। ਅੱਗੇ ਨਹੀਂ ਹੈ ਉਹ ਹੋਰ ਕੁਛ। ਉਹ ਜੋ ਆਪਾਂ ਬੋਲਦੇ ਹੁੰਦੇ ਆ, ਸੋ ਸੁਖੀਆ ਜਿਸ ਨਾਮ ਆਧਾਰ, ਇਹ ਕੋਲੋਂ ਹੀ ਬਣਾਇਆ ਹੋਇਆ। ਅੱਗੇ ਤਾਂ ਲਿਖਿਆ ਮੰਨੈ ਨਾਉ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੈ ਪਾਏ। ਇਸ ਕਰਕੇ ਜਿਹੜਾ ਨਾਮ ਨੂੰ ਮੰਨਦਾ ਹੈ ਉਹੀ ਜਿਣ ਦਾ ਅਰਥ ਹੈ ਜਿੱਤਣਾ। ਜਨਮ ਦੀ ਬਾਜੀ ਉਹੀ ਜਿੱਤ ਕੇ ਜਾਂਦਾ ਹੈ। ਅਤ ਸੰਕਟ ਤੇ ਤਨ ਕੋ ਤਜੈ, ਅਗ ਤੇ ਦੋਤ ਸਾਸ ਨਾ ਸਜੈ। ਜਦੋਂ ਸਰੀਰ ਛੱਡਦਾ ਹੈ ਮਨੁੱਖ, ਬਹੁਤ ਦੁਖੀ ਹੁੰਦਾ ਹੈ। ਉਦੋਂ ਜਿੰਦ ਨਿਮਾਣੀ ਕੱਢਿਆ, ਹੱਡਾਂ ਕੂ ਕੜਕਾਏ। ਫਿਰ ਇਹਨੂੰ ਜਮਦੂਤ ਪਾਪਾਂ ਕਰਕੇ, ਇਹਦੇ ਕੀਤੇ ਹੋਏ ਕਰਮਾਂ ਕਰਕੇ ਬਹੁਤ ਸਜ਼ਾ ਦਿੰਦੇ ਹਨ। ਨਾਨਾ ਨਰਕਨ ਕਸ਼ਟ ਪੁਗਾਵੈ,
ਅਗ ਫਲ ਭੁਗੇ ਵੈਰ ਨਿਕਸਾਵੈ। ਬੜੇ ਨਾਨਾ ਪ੍ਰਕਾਰ ਦੇ ਨਰਕਾਂ 'ਚ ਸੁੱਟ ਕੇ ਕਸ਼ਟ ਭੁਗਾਉਂਦੇ ਨੇ, ਲੇਖਾ ਪੂਰਾ ਹੋਣ ਤੇ ਫਿਰ ਨਰਕਾਂ 'ਚੋਂ ਬਾਹਰ ਆਉਂਦਾ ਹੈ। ਤਿਮਹੀ ਨਾਨਾ ਸੁਖ ਕੋ ਦੇਤ ਕਰਤ ਪੁੰਨ ਜੋ ਰਹਿ ਸੁਚੇਤ। ਇਉਂ ਹੀ ਫਿਰ ਜਿਵੇਂ ਨਾਨਾ ਪ੍ਰਕਾਰ ਦੇ ਕੋਈ ਪੁੰਨ ਕਰਦਾ ਹੈ, ਉਹਨੂੰ ਉਹਨਾਂ ਪੁੰਨਾਂ ਦਾ ਫਲ ਕੀ ਮਿਲਦਾ ਹੈ? ਉਹਨੂੰ ਸਵਰਗ ਮਿਲ ਜਾਂਦੇ ਨੇ। ਪਾਪੀ ਪੁੰਨੀ ਦੁੱਖ ਸੁਖ ਪਾਏ ਚੰਦ ਅਸ ਮੈਂ ਪੁੰਨ ਮਿਲ ਜਾਏ। ਪਾਪੀ ਅਤੇ ਪੁੰਨੀ ਦੁੱਖ ਅਤੇ ਸੁੱਖ ਕਰਮਵਾਰ ਪਾਉਂਦੇ ਨੇ। ਪਾਪੀ ਦੁਖੀ ਹੁੰਦੇ ਨੇ, ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ। ਪੁੰਨੀ ਆਪਣੇ ਸਵਰਗਾਂ 'ਚ ਮੌਜਾਂ ਕਰਦੇ ਨੇ। ਫਿਰ ਇਹਨਾਂ ਨੂੰ ਸਿੱਟ ਦਿੱਤਾ ਜਾਂਦਾ ਉੱਥੋਂ, ਸਵਰਗਾਂ ਵਾਲਿਆਂ ਨੂੰ ਉੱਥੋਂ, ਪੁੰਨੀਆਂ ਨੂੰ ਸਵਰਗਾਂ ਵਿੱਚੋਂ, ਪਾਪੀਆਂ ਨੂੰ ਨਰਕਾਂ ਵਿੱਚੋਂ। ਫਿਰ ਦੋਨਾਂ ਦੀ ਇੱਕੋ ਹੀ ਹਾਲਤ ਹੁੰਦੀ ਹੈ। ਫਿਰ ਆ ਜਾਂਦੇ ਨੇ। ਫਿਰ ਇਹ ਕਿੱਥੇ ਹੁੰਦੇ ਨੇ? ਕਹਿੰਦੇ ਚੰਦਰਮਾ ਦੀਆਂ ਕਿਰਨਾਂ ਦੇ ਵਿੱਚ ਅੰਸ਼ ਮਿਲ ਜਾਂਦੀ ਇਹਨਾਂ ਜੀਵਾਂ ਦੀ। ਤਿੰਨ ਦੁਆਰਾ ਅੰਨਨ ਮਾਏ ਆਵੈ ਚਾਕੀ ਮੂਸਲ ਤੇ ਦੁੱਖ ਪਾਵੈ। ਫਿਰ ਉਹਨਾਂ ਕਿਰਨਾਂ ਦੇ ਰਾਹੀਂ ਇਹ ਜਿਹੜੀ ਕਣਕ ਬੀਜੀ ਹੋਈ ਹੈ, ਚੌਲ ਹੈ, ਇਤਿਆਦਿਕ ਅੰਨ ਹੈ, ਇਹਦੇ ਵਿੱਚ ਆਉਂਦਾ। ਸੂਰਜ ਦੀ ਜਿਹੜੀ ਚੰਦਰਮਾ ਦੀ ਕਿਰਨਾਂ ਦੁਆਰਾ ਇਹ ਜੀਵ ਦਾ ਪ੍ਰਵੇਸ਼ ਦਾਣਿਆਂ ਵਿੱਚ ਹੁੰਦਾ। ਫਿਰ ਆਪਾਂ ਇਹ ਦਾਣੇ ਕੱਢਦੇ ਆ, ਦਾਣੇ ਕੱਢ ਕੇ ਸੁਕਾਉਣੇ, ਉਸ ਤੋਂ ਬਾਅਦ ਧੋ ਧਾ ਕੇ ਚੱਕੀ ਤੇ ਭੇਜ ਦਿੰਦੇ ਆ। ਚੱਕੀ ਦੇ ਮੂਸਲਾਂ 'ਚ ਘੁੰਮਦਾ, ਚੰਗੀ ਤਰ੍ਹਾਂ ਮਰਦਾ ਨਹੀਂ ਹੈ। ਉੱਥੇ ਇਹਨੂੰ ਇਹ ਸਜ਼ਾ ਮਿਲਦੀ ਹੈ, ਚੰਗੀ ਤਰ੍ਹਾਂ ਪੀਸਿਆ ਜਾਂਦਾ ਹੈ। ਅਗਨੀ ਬਿਖੈ ਪਕਾਵਤ ਫੇਰ ਭੋਗੈ ਨਾਨਾ ਕਸ਼ਟ ਬਡੇਰ। ਫਿਰ ਆਪਾਂ ਇਹਨੂੰ ਆਟਾ ਗੁੰਨਦੇ ਆ, ਚੰਗੀ ਤਰ੍ਹਾਂ ਮੁੱਕੀਆਂ ਪੈਂਦੀਆਂ ਨੇ। ਫਿਰ ਕਹਿੰਦੇ ਇਹਨੂੰ ਆਪਾਂ ਰੋਟੀ ਬਣਾਉਣ ਤਵੇ ਤੇ ਸੇਕਦੇ ਆ, ਮਰਦਾ ਨਹੀਂ ਹੈ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਇਹ ਉਹੀ ਜੀ ਆ, ਆਪਾਂ ਸਾਰੇ ਇੱਥੇ ਹੀ ਫਿਰਦੇ ਹੁੰਦੇ ਆ, ਕਣਕ ਦੇ ਦਾਣਿਆਂ ਵਿੱਚ ਹੀ ਹੁੰਦੇ ਆ ਸਾਰੇ। ਇਹ ਆ ਦਾਣੇ ਜਿੰਨੇ ਵੀ ਦਾਣੇ ਨੇ ਅੰਨ ਦੇ, ਜਿੰਨਾ ਵੀ ਅੰਨ ਹੈ, ਕਹਿੰਦੇ ਇਹਦੇ ਵਿੱਚ ਫਿਰ ਅੱਗ ਦੇ ਉੱਤੇ ਆਪਾਂ ਸਿੱਕਦੇ ਹਾਂ ਚੰਗੀ ਤਰ੍ਹਾਂ। ਔਰ ਰੋਟੀ ਜਿਹੜੀ ਆਪਣੀ, ਉਹ ਰੋਟੀ ਦੇ ਵਿੱਚ ਸਿੱਕਦਾ ਜੀਵ ਚੰਗੀ ਤਰ੍ਹਾਂ, ਕਿਉਂਕਿ ਸੂਖਮ ਬਹੁਤਾ ਜ਼ਿਆਦਾ ਹੈ ਨਾ, ਬਹੁਤ ਹੀ ਸੂਖਮ ਹੈ। ਇਸ ਤਰ੍ਹਾਂ ਸਜ਼ਾ ਭੁਗਤਦਾ ਹੈ। ਪੁਨ ਪ੍ਰਾਣੀ ਕੇ ਦਾੜਨ ਮਾਏ ਚਿਤਬੋ ਪੰਤਨ ਤੇ ਦੁੱਖ ਪਾਏ। ਫਿਰ ਇਹ ਬੰਦੇ ਦੀਆਂ ਜਾੜਾਂ ਥੱਲੇ ਪਿਸਦਾ ਆ ਕੇ, ਰੋਟੀ ਦੀ ਬੁਰਕੀ ਬੁਰਕੀ ਕਰਕੇ ਤੋੜ ਕੇ ਜਾੜਾਂ ਥੱਲੇ ਪੀ ਪੀ ਕੇ ਖਾਂਦੇ ਆ। ਬਹੁਤ ਤਰ੍ਹਾਂ ਚਿੱਥ ਕੇ ਰੋਟੀ ਖਾਈਦੀ ਹੈ। ਉਦਰ ਬਿਖੈ ਜਠਰ ਅਗਨੀ ਤੇਜ ਤੈ ਸੰਕਟ ਲੈ ਅਸਨ ਅਮੇਜ। ਕਹਿੰਦੇ ਭੋਜਨ ਵਿੱਚ ਮਿਲਿਆ ਹੋਇਆ ਉੱਥੇ ਜਾ ਕੇ ਜਠਰਾਗਨ ਅਗਨੀ, ਜਿੱਥੇ ਬਹੁਤ ਪੇਟ ਦੇ ਵਿੱਚ ਜਠਰਾਗਨ ਅਗਨੀ ਹੈ, ਜਿੱਥੇ ਸਭ ਚੀਜ਼ਾਂ ਹਜਮ ਹੋ ਜਾਂਦੀਆਂ ਨੇ, ਉੱਥੇ ਜਾ ਕੇ ਹਜਮ ਨਹੀਂ ਹੁੰਦਾ ਹੈ, ਤਾਂ ਵੀ ਹਜਮ ਨਹੀਂ ਹੁੰਦਾ। ਇੰਨੀ ਅੱਗ ਦੇ ਵਿੱਚ ਜਾ ਕੇ ਵੀ ਇਹ ਜਿਉਂਦਾ ਕਸ਼ਟ ਸਹਾਰਦਾ ਹੈ। ਪੁਨ ਰਸ ਸੰਗ ਨਸਾ ਮੈਂ ਬਸੈ ਤਨ ਕੋ ਰੁਦਰ ਹੋਤ ਦੁੱਖ ਗ੍ਰਸੈ। ਫਿਰ ਇਹ ਜਾ ਕੇ ਨਸਾਂ ਦੇ ਵਿੱਚ ਵਸਦਾ ਹੈ, ਨਾੜੀਆਂ ਦੇ ਵਿੱਚ। ਉੱਥੇ ਸਰੀਰ ਵਿੱਚ ਨਾੜੀਆਂ ਅੰਦਰ ਖੂਨ ਰੂਪ ਬਣ ਜਾਂਦਾ ਹੈ। ਉਸ ਦੇ ਵਿੱਚ ਫਿਰ ਖੂਨ ਰੂਪ ਹੋ ਕੇ ਦੁੱਖ ਪਾਉਂਦਾ ਹੈ, ਜਿਹਨੂੰ ਆਮ ਤੌਰ ਤੇ ਕਹਿੰਦੇ ਸੈੱਲ ਬਣ ਗਿਆ। ਉਹ ਛੋਟੇ ਛੋਟੇ ਸੈੱਲਾਂ ਦੀ ਗਿਣਤੀ ਇਹ ਬਣ ਜਾਂਦੀ ਹੈ। ਬਹੁਰ ਸ਼ਰੋਣ ਤੇ ਆਮਖ ਬਨੈ ਤਹਾਂ ਪਹੁੰਚ ਬੜ ਸੰਕਟ ਸਨੈ। ਫਿਰ ਉਸੇ ਖੂਨ ਤੋਂ ਮਾਸ ਬਣਦਾ, ਮਾਸ ਦੇ ਵਿੱਚ ਜਾ ਕੇ ਫਿਰ ਦੁੱਖ ਪਾਉਂਦਾ ਹੈ। ਸਨੇ ਸਨੇ ਪੁਨ ਮੇਦ ਮਜਾਰਾ ਤਾਏ ਬਸੈ ਸਭ ਰੀਤ ਦੁਖਾਰਾ। ਫਿਰ ਇਹ ਜਾ ਕੇ ਮਾਸ ਤੋਂ ਮਿੱਝ ਦੇ ਰੂਪ ਵਿੱਚ ਤਬਦੀਲ ਹੋ ਜਾਂਦਾ, ਉੱਥੇ ਵਸਦਾ ਹੈ। ਅਸਤੀ ਮੈਂ ਮੁਸ਼ਕਲਤਾ ਪਾਏ ਇਮੀ ਸਬਤ ਧਾਤ ਮੈਂ ਜਾਏ। ਫਿਰ ਹੱਡੀਆਂ ਵਿੱਚ ਚਲਿਆ ਜਾਂਦਾ। ਇਸੇ ਤਰ੍ਹਾਂ ਹੀ ਸੱਤਾਂ ਧਾਤਾਂ ਵਿੱਚ ਇਹ ਜੀਵ ਘੁੰਮਦਾ ਜਾ ਕੇ। ਹੁਣ ਬੀਰਜ ਕੇ ਮਿਲ ਕੈ ਸੰਗ ਪ੍ਰਾਨੀ ਕੇ ਉਪਜਾਏ ਅਨੰਗ। ਸੋ ਇਸੇ ਤਰ੍ਹਾਂ ਹੀ ਫਿਰ ਇਹ ਜਾ ਕਰਕੇ ਜੀਵ ਦੀ ਮਣੀ ਦੇ ਵਿੱਚ ਮਿਲ ਕੇ, ਫਿਰ ਇਸ ਤਰ੍ਹਾਂ ਜੀਵ ਦੇ ਸੰਜੋਗ ਕਰਕੇ, ਸੋ ਮਿਲ ਮਾਤ ਪਿਤਾ ਪਿੰਡ ਕਮਾਇਆ। ਫਿਰ ਮਾਤਾ ਪਿਤਾ ਤੋਂ ਜੀਵ ਫਿਰ ਜਨਮ ਲੈਂਦਾ ਹੈ। ਤੈਨੋ ਮਾਸ ਬਾਸ ਕੋ ਪਾਏ
ਦੁੱਖ ਭੋਗੈ ਮਨ ਸਿਰ ਤਰਵਾਏ। 9 ਮਹੀਨੇ ਤੱਕ ਪੁੱਠਾ ਲਟਕਦਾ ਹੈ, ਸਿਰ ਜਿਹੜਾ ਥੱਲੇ ਨੂੰ ਹੁੰਦਾ ਹੈ ਔਰ ਪੈਰ ਉੱਪਰ ਨੂੰ ਹੋ ਜਾਂਦੇ ਨੇ। ਗੁਰਬਾਣੀ ਅੰਦਰ ਮਹਾਰਾਜ ਨੇ ਇਹ ਜੇ ਹਜ਼ਾਰਾਂ ਹੀ ਪ੍ਰਮਾਣ ਦਿੱਤੇ ਨੇ ਕਿ ਉਹ ਜੀਵ ਇੰਨਾ ਦੁੱਖ ਪਾਉਣ ਨਾਲੋਂ ਛੁਟਕਾਰਾ ਕਰਾ ਲਾ ਤਾਂ ਇਹਨਾਂ ਬੰਧਨਾਂ ਤੋਂ ਕਹਿੰਦੇ ਨੇ ਛੁਟਕਾਰਾ ਕਰਾ ਲਓ। ਨਾਮ ਇਸ ਕਰਕੇ ਜਪਿਆ ਜਾਂਦਾ ਹੈ। ਕਸ਼ਟ ਗਰਭ ਕੇ ਗਿਨੇ ਨ ਜਾਏ, ਜਿਨ ਕੋ ਸੁਨ ਰੋਮਾਂਚ ਵੈ ਆਏ। ਮਾਤਾ ਦੇ ਉਦਰ ਵਿੱਚ ਇੰਨਾ ਦੁੱਖ ਭੋਗਦਾ ਜਿਨ੍ਹਾਂ ਨੂੰ ਸੁਣ ਕੇ ਬੰਦੇ ਦੀ ਰੁਮਾਵਲੀ ਖੜੀ ਹੋ ਜਾਂਦੀ। ਇੰਨਾ ਦੁਖੀ ਹੁੰਦਾ, ਇੰਨਾ ਦੁਖੀ ਹੁੰਦਾ ਕਿ ਕਹਿੰਦੇ ਇੰਨੇ ਦੁੱਖ ਭੋਗਦਾ ਹੈ। ਨੀਠ ਨੀਠ ਬਾਰ ਕੋ ਆਵੈ, ਆਪ ਦੁਖੀ ਜਨਨੀ ਦੁੱਖ ਦੇਤ। ਜਨਮ ਵੇਲੇ ਆਪ ਵੀ ਦੁਖੀ ਹੁੰਦਾ ਹੈ, ਮਾਤਾ ਨੂੰ ਵੀ ਦੁਖੀ ਕਰਦਾ ਹੈ। ਤਿਮ ਬਾਹਰ ਪਾ ਦੁਖ ਬੋ ਪੀਰਾ, ਕਿਤਕ ਸਮੈ ਮੈਂ ਚੇਤਨ ਹੋਏ। ਸੁਧ ਕੋ ਪਾਏ ਉਠਤ ਹੈ ਰੋਏ। ਫਿਰ ਬੜੀ ਦੇਰ ਬਾਅਦ ਪੀੜਾ ਦਾ ਮਾਰਿਆ ਹੋਇਆ ਬੇਹੋਸ਼ ਰਹਿੰਦਾ। ਫਿਰ ਡਾਕਟਰ ਹੱਥ ਹੁੱਥ ਮਾਰਦੇ ਨੇ, ਕਦੇ ਮੰਜੇ ਤੇ ਸਿੱਟਦੇ ਨੇ, ਮਸਾਂ ਹੀ ਜਾ ਕੇ ਕਿਤੇ ਰੋਣ ਲੱਗਦਾ। ਫਿਰ ਦੁਖੀ ਹੁੰਦਾ ਹੈ। ਬਾਲ ਅਵਸਥਾ ਮੈਂ ਦੁਖ ਖਨੇ, ਰਾਵ ਰੰਕ ਕੇ ਇਹ ਸਭ ਬਨੇ। ਬਾਲ ਅਵਸਥਾ ਦੇ ਜਿੰਨੇ ਦੁੱਖ ਨੇ ਇਹ ਗਰੀਬ ਅਮੀਰ ਸਾਰਿਆਂ ਨੂੰ ਝੱਲਣੇ, ਚਾਹੇ ਕੋਈ ਰਾਜਾ ਹੈ, ਚਾਹੇ ਪਰਜਾ ਹੈ, ਗਰੀਬ ਹੈ, ਅਮੀਰ ਹੈ, ਇਹ ਦੁੱਖ ਤਾਂ ਸਾਰਿਆਂ ਨੂੰ ਭੋਗਣਾ ਹੀ ਪੈਂਦਾ ਹੈ। ਸਗਰੇ ਗਰਭ ਵਿਖੈ ਪਰ ਆਵੈ, ਬਾਲ ਮੂੜ ਰੋਦਨ ਤਪਤਾਵੈ। ਸੋ ਕਹਿੰਦੇ ਇਸੇ ਪ੍ਰਕਾਰ ਮਾਤਾ ਦੇ ਉਦਰ ਦੇ ਵਿੱਚ ਜਦੋਂ ਆਉਂਦੇ ਨੇ, ਫਿਰ ਸੰਸਾਰ ਚ ਆਉਂਦੇ ਨੇ, ਫਿਰ ਬਾਲਕ ਰੋਂਦੇ ਨੇ। ਬੱਚਾ ਮੂਰਖ ਹੁੰਦਾ, ਇਹਨੂੰ ਪਤਾ ਤਾਂ ਹੁੰਦਾ ਨਹੀਂ ਕਿਸੇ ਗੱਲ ਦਾ, ਨਾ ਤਾਂ ਦੱਸ ਸਕਦਾ ਮੇਰੇ ਪੇਟ ਦਰਦ ਹੈ, ਲੱਤਾਂ ਜਿਹੀਆਂ ਇਕੱਠੀਆਂ ਕਰੀ ਜਾਂਦਾ, ਸਾਰੀ ਰਾਤ ਰੋਈ ਜਾਂਦਾ। ਮਾਤਾ ਦੁਖੀ, ਪਰਿਵਾਰ ਦੁਖੀ, ਪਤਾ ਹੀ ਨਹੀਂ ਲੱਗਦਾ ਕਹਿੰਦੇ ਬੱਚਾ ਰੋਂਦਾ ਕਿਉਂ ਹੈ। ਇਹ ਨਾ ਬੋਲ ਸਕਦਾ, ਨਾ ਕੋਈ ਦੱਸ ਸਕਦਾ ਹੈ। ਕਸ਼ਟ ਹੋਤ ਨੈ ਜਾਤ ਬਤਾਇਓ, ਸਦਾ ਅਸੁਚ ਡੈਕਤ ਡਰ ਪਾਇਓ। ਜੇ ਦੁੱਖ ਹੁੰਦਾ ਦੱਸਿਆ ਨਹੀਂ ਜਾਂਦਾ, ਸਦਾ ਅਸੁਚ, ਸੁਚਮ ਤੋਂ ਬਿਨਾਂ ਹੀ ਰਹਿੰਦਾ, ਕਿਉਂਕਿ ਹਮੇਸ਼ਾ ਬਿਸਤਰੇ ਤੇ ਕਿਰਿਆ ਕਰਦਾ ਰਹਿੰਦਾ, ਕੋਈ ਨਾ ਕੋਈ ਅਪਵਿੱਤਰਤਾ ਰੱਖਦਾ। ਬੜੀ ਮਾਤਾ ਨੂੰ ਵੀ ਅਪਵਿੱਤਰ ਰੱਖਦਾ, ਕਮਰੇ 'ਚ ਵੀ ਅਪਵਿੱਤਰਤਾ ਹੋ ਗਈ। ਇਸ ਤਰ੍ਹਾਂ ਸਰੀਰ ਦੀ ਅਪਵਿੱਤਰਤਾ ਡਹਿਕਦਾ ਬੜਾ, ਇੱਕਦਮ ਤੜਪਕ ਜਾਂਦਾ, ਸੁੱਤਾ ਪਿਆ ਡਰ ਜਾਂਦਾ। ਘਰ ਦੇ ਫਿਰ ਮਾਤਾ ਉੱਪਰ ਹੱਥ ਰੱਖਦੀ ਹੈ, ਪਾਠ ਕਰਦੀ ਹੈ। ਉਹ ਜਿਹੜਾ ਡਹਿਕਦਾ ਜਾਂ ਤੜਪਕਦਾ ਕਿਉਂ ਹੈ? ਕਹਿੰਦੇ ਇਹ ਤਾਂ ਇਹਨੂੰ ਹੀ ਪਤਾ ਕੀ ਸੁਪਨਾ ਆਇਆ ਜਾਂ ਇਹਨੂੰ ਕੀ ਦਿਖਿਆ ਹੈ, ਇਉਂ ਡਰਦਾ ਰਹਿੰਦਾ ਹੈ। ਰਹਿ ਅਸ਼ਕਤ ਕਿਰਿਆ ਨ ਹੋਏ, ਜਾਚੈ ਚੰਦ ਕਾਂ ਦੇ ਕੋਏ। ਸ਼ਕਤੀ ਤੋਂ ਰਹਿਤ ਹੁੰਦਾ, ਕਿਰਿਆ ਕੋਈ ਹੁੰਦੀ ਨਹੀਂ। ਐਵੇਂ ਬੈਠਾ ਬੈਠਾ ਕੋ ਮੈਂ ਤਾਂ ਚੰਦਰਮਾ ਲੈਣਾ, ਜਿੱਦ ਕਰ ਲੈਂਦਾ। ਚੰਦਰਮਾ ਇਹਨੂੰ ਕੌਣ ਲਿਆ ਕੇ ਦੇਵੇ ਹੁਣ? ਕਹਿੰਦੇ ਫੇਰ ਰੋਂਦਾ ਉੱਚੀ ਉੱਚੀ, ਮੈਂ ਤਾਂ ਆਹ ਲੈਣਾ, ਮੈਂ ਤਾਂ ਉਹ ਲੈਣਾ। ਸੋ ਇਸ ਪ੍ਰਕਾਰ ਦੇ ਨਾਲ ਅਕਬਰ ਕਹਿਣ ਲੱਗਿਆ ਨਿਆਣੇ ਕਿਵੇਂ ਤੰਗ ਕਰਦੇ ਨੇ ਬੀਰਬਲ ਨੂੰ। ਕਹਿੰਦੇ ਬਹੁਤ ਤੰਗ ਕਰਦੇ। ਕਹਿੰਦੇ ਕਿਵੇਂ ਕਰਦੇ ਆ? ਕਹਿੰਦੇ ਜੀ ਮੈਂ ਨਿਆਣਾ ਬਣ ਕੇ ਤੁਹਾਨੂੰ ਦਿਖਾ ਦਿੰਦਾ, ਤੁਸੀਂ ਮੇਰੀ ਇੱਛਾ ਪੂਰੀ ਕਰ ਦਿਓ। ਰੋਣ ਲੱਗ ਗਿਆ, ਕਹਿੰਦਾ ਮੈਂ ਤਾਂ ਹਾਥੀ ਲੈਣਾ।